ਸੋ ਯੂਨੀਫਾਰਮ ਸਿਵਲ ਕੋਡ ਦਾ ਸ਼੍ਰੋਮਣੀ ਕਮੇਟੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਸਾਡੇ ਨਾਲ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਜੁੜ ਚੁੱਕੇ ਨੇ ਤੇ ਉੱਥੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਹੋਏ ਨੇ। ਸਿਰਸਾ ਸਾਹਿਬ ਦਾ ਪਹਿਲਾਂ ਰੁਖ ਕਰਾਂਗਾ। ਸਿਰਸਾ ਸਾਹਿਬ, ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਧੇ ਤੌਰ ਤੇ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਰਜਿੰਦਰ ਸਿੰਘ ਧਾਮੀ ਕਹਿ ਰਹੇ ਨੇ ਕਿ ਯੂਨੀਫਾਰਮ ਸਿਵਲ ਕੋਡ ਤੇ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਦੁਵਿਧਾ ਪੈਦਾ ਹੋਈ ਹੈ। ਇਹ ਸਿੱਖ ਤੇ ਹੋਰ ਧਰਮਾਂ ਦੇ ਸਿਧਾਂਤਾਂ ਨੂੰ ਬਦਲਣ ਦੇ ਬਰਾਬਰ ਹੈ। ਜਿਹੜੀ ਪਹਿਲੀ ਗੱਲ ਆ ਦੁਵਿਧਾ ਪੈਦਾ ਹੋਈ ਆ, ਉਹ ਤੇ ਮੈਂ ਸਮਝ ਸਕਦਾ ਕਿ ਦੁਵਿਧਾ ਤੇ ਪੈਦਾ ਹੋ ਸਕਦੀ ਆ ਔਰ ਦੁਵਿਧਾ ਨੂੰ ਕਲੀਅਰ ਕਰਨਾ ਸਰਕਾਰਾਂ ਦਾ ਕੰਮ ਆ ਔਰ ਦੁਵਿਧਾ ਕਿਸ ਚੀਜ਼ ਤੇ ਆ ਉਹਦੀ ਜਾਣਕਾਰੀ ਦੇਣਾ ਧਾਮੀ ਜੀ ਦਾ ਕੰਮ ਆ। ਪਰ ਜਿਹੜੀ ਗੱਲ ਮੈਂ ਦੂਜੀ ਉਹ ਕਹਿ ਰਹੇ ਨੇ ਕਿ ਮੈਂ ਹੁਣ ਸੁਣ ਰਿਹਾ ਸੀ ਕਿ ਸਾਡੀਆਂ ਕਦਰਾਂ ਕੀਮਤਾਂ ਸਾਡੇ ਤੋਂ ਤੇ ਹੈ ਹੀ ਵੱਖਰੀਆਂ ਨੇ। ਸਾਡਾ ਪਹਿਰਾਵਾ ਵੱਖਰਾ ਹੈ, ਸਾਡੀਆਂ ਕਦਰਾਂ ਕੀਮਤਾਂ ਵੱਖਰੀਆਂ ਨੇ, ਸਾਡੀਆਂ ਪਰੰਪਰਾਵਾਂ ਵੱਖਰੀਆਂ। ਇਹਦੇ 'ਚ ਕੀ ਫਰਕ? ਇਹਦੇ 'ਚ ਕੌਣ ਕਹਿ ਰਿਹਾ ਕਿ ਉਹ ਜਿਹਨੇ ਕਦਰ ਕੀਮਤਾਂ ਇੱਕ ਕਰ ਲਓ, ਪਹਿਰਾਵਾ ਇੱਕ ਕਰ ਲਓ? ਕਿੰਨੇ ਕਿਹਾ? ਮੈਂ ਤੇ ਬੜਾ ਹੈਰਾਨ ਆ, ਕੌਣ ਸਿੱਖ ਨੂੰ ਇਹ ਗੱਲ ਕਹਿ ਸਕਦਾ ਏ ਕਿ ਤੂੰ ਆਪਣਾ ਪਹਿਰਾਵਾ ਬਦਲ ਲਾ? ਕੌਣ ਇਸ ਦੇਸ਼ ਦੇ ਅੰਦਰ ਇੰਨੀ ਹਿੰਮਤ ਰੱਖਦਾ ਏ? ਮੈਂ ਵਰਡ ਯੂਜ਼ ਕਰ ਰਿਹਾ, ਕੌਣ ਇੰਨੀ ਦੇਸ਼ 'ਚ ਹਿੰਮਤ ਰੱਖਦਾ ਗੱਲ ਕਹਿਣ ਦੀ ਕਿ ਸਿੱਖ ਆਪਣੇ ਕਦਰਾਂ ਕੀਮਤਾਂ ਛੱਡ ਦੇਣ, ਸਿੱਖ ਆਪਣਾ ਪਹਿਰਾਵਾ ਛੱਡ ਦੇਣ, ਸਿੱਖ ਆਪਣੇ ਗੁਰੂ ਨੂੰ ਮੰਨਣ ਦਾ ਤਰੀਕਾ ਬਦਲ ਲੈਣ? ਕਮਾਲ ਹੋ ਗਈ ਜੀ। ਮੈਂ ਧਾਮੀ ਸਾਹਿਬ ਦੀ ਇਸ ਗੱਲ ਤੇ ਹੈਰਾਨ ਆ ਕਿ ਕਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਕੇ ਸੋਚਦੇ ਨੇ ਕਿ ਸਰਕਾਰ ਇਹ ਗੱਲ ਕੋਈ ਵੀ ਸਰਕਾਰ ਭਾਵੇਂ ਕਿਸੇ ਦੀ ਹੋਵੇ, ਭਾਵੇਂ ਉਹ ਜ਼ਕਰੀਆ ਖਾਨ ਔਰ ਔਰੰਗਜ਼ੇਬ ਵਰਗੇ ਲੋਕ ਸਾਨੂੰ ਨਹੀਂ ਕਰਨ ਨੂੰ ਕਹਿ ਸਕੇ, ਕਿਹੜੀ ਗੱਲਾਂ ਕਰੀ ਜਾ ਰਹੇ ਨੇ? ਮੈਂ ਦੂਜੇ ਟੀਵੀ ਚੈਨਲ ਸੁਣ ਰਿਹਾ ਸੀਗਾ ਹੁਣੇ, ਮੇਰੀ ਭਾਈ ਮਨਜੀਤ ਸਿੰਘ ਜੀ ਕਹਿ ਰਹੇ ਸੀ, ਉਹ ਕਹਿ ਰਹੇ ਸੀ ਜੀ ਉਹਨਾਂ ਨੇ ਨਵੀਂ ਇੱਕ ਲਾਭ ਰੱਖ ਰਹੇ ਸੀ। ਮੈਨੂੰ ਪੁੱਛਿਆ ਜੀ ਗੱਲ ਕੀ ਆ? ਉਹ ਕਹਿੰਦੇ ਜੀ ਬਸ ਅਸੀਂ ਤੇ ਵਿਰੋਧ ਕਰ, ਸਾਨੂੰ ਨਹੀਂ ਸਮਝ ਆਉਂਦੀ ਇਹ ਗੱਲ, ਅਸੀਂ ਸਿਵਲ ਕੋਡ ਨੂੰ ਹੀ ਨਹੀਂ ਮੰਨਦੇ। ਮੈਂ ਕਿਹਾ ਬਈ ਸਿਵਲ ਕੋਡ ਤੇ ਸਿਵਲ ਤਰੀਕੇ ਨਾਲ, ਸਿਵਲਾਈਜ਼ਡ ਤਰੀਕੇ ਨਾਲ ਰਹਿਣ ਦਾ ਤਰੀਕਾ ਹੈ। ਕਿਆ ਸਿੱਖ ਅਨਸਿਵਲਾਈਜ਼ਡ ਹੁਣ ਆਪਣੇ ਆਪ ਨੂੰ ਦੱਸਣਾ ਚਾਹੁੰਦਾ? ਔਰ ਉਹ ਤੁਹਾਡੇ ਕਰਕੇ, ਕਿਉਂਕਿ ਤੁਹਾਨੂੰ ਨਹੀਂ ਸੂਟ ਕਰਦਾ, ਤੁਹਾਨੂੰ ਪੋਲੀਟੀਕਲੀ ਸੂਟ ਕਰਦਾ, ਇਸ ਕਰਕੇ ਅਨਸਿਵਲਾਈਜ਼ਡ ਬਣਾ ਦੋਗੇ ਸਿੱਖਾਂ ਨੂੰ। ਮੈਂ ਵਿਰੋਧ ਕਰਨ 'ਚ ਕਹਿੰਦਾ ਕਿ ਦੇਖੋ, ਕਮਿਊਨਿਟੀ ਦੀ ਛੋਟੀ ਜਿਹੀ ਚੀਜ਼ ਵੀ ਅਗਰੀ ਹੋਵੇ, ਸਾਨੂੰ ਸਿੱਖਾਂ ਨੂੰ ਵਿਰੋਧ ਕਰਨਾ ਚਾਹੀਦਾ। ਮੈਂ ਵੀ ਇਹਨਾਂ ਦਾ ਸਾਥੀ ਬਣਨਾ ਚਾਹੁੰਦਾ। ਅਸੀਂ ਕਿਉਂ ਨਹੀਂ ਵਿਰੋਧ ਕਰਾਂਗੇ? ਮੈਂ ਸਿੱਖ ਹੋਣ ਦੇ ਨਾਤੇ ਮੈਂ ਵੀ ਪਾਰਟੀ 'ਚ ਵਿਰੋਧ ਕਰੂੰਗਾ ਔਰ ਸਿੱਖ ਬਣ ਕੇ ਬਿਲਕੁਲ ਕਿਸੇ ਸੂਰਤ 'ਚ ਨਹੀਂ, ਪਰ ਸਾਨੂੰ ਦੱਸ ਤੇ ਦੇਣ, ਸਾਨੂੰ ਗਿਆਨ ਤੇ ਦੇਣ। ਠੀਕ ਹੈ ਸਿਰਸਾ ਸਾਹਿਬ ਦੇ ਨਾਲ ਗੁਰਚਰਨ ਸਿੰਘ ਗਰੇਵਾਲ ਵੀ ਜੁੜ ਚੁੱਕੇ ਨੇ। ਜੋ ਤੁਸੀਂ ਸਵਾਲ ਉਠਾ ਰਹੇ ਉਹਨਾਂ ਤੋਂ ਵੀ ਅਸੀਂ ਇਹ ਸਵਾਲ ਪੁੱਛ ਲੈਂਦੇ ਹਾਂ। ਗਰੇਵਾਲ ਸਾਹਿਬ, ਸਿਰਸਾ ਸਾਹਿਬ ਕਹਿ ਰਹੇ ਨੇ ਕਿ ਤਾਂ ਕੋਈ ਤੋਕੀ ਨਹੀਂ ਬਣਦੀ ਕਿ ਆਖਰਕਾਰ ਸਿੱਖ ਧਰਮ ਦੇ ਜੋ ਸਿਧਾਂਤ ਨੇ, ਜੋ ਕਦਰਾਂ ਕੀਮਤਾਂ ਨੇ, ਤੇ ਆਪਣੇ ਆਪ ਦੇ ਵਿੱਚ ਅਲੱਗ ਨੇ, ਆਪਣੇ ਆਪ 'ਚ ਹੀ ਵੱਖਰੀਆਂ ਨੇ, ਉਹ ਇਸ ਦੇ ਨਾਲ ਕਿਵੇਂ ਪ੍ਰਭਾਵਿਤ ਹੋ ਜਾਣਗੀਆਂ? ਇਹ ਜਾਣਕਾਰੀ ਜ਼ਰੂਰ ਸ਼੍ਰੋਮਣੀ ਕਮੇਟੀ ਦੇਵੇ। ਦੇਖੋ ਜੀ, ਸਿਰਸਾ ਜੀ ਬੜੇ ਸਿਆਣੇ ਨੇ, ਵਕਾਲਤ ਵੀ ਕਰਨਗੇ ਆਪਣੀ ਜਿਹੜੀ ਭਾਰਤੀ ਜਨਤਾ ਪਾਰਟੀ ਆ। ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਮਨ 'ਚ ਹੋਣਗੀਆਂ ਪਰ ਉਹਨੂੰ ਦਬਾ ਕੇ ਵੀ ਕਰਨਗੇ। ਹੁਣ ਇਹ ਗੱਲ ਕਰ ਰਹੇ ਸੀਗੇ, ਕਹਿੰਦੇ ਵੀ ਹੈਰਾਨੀ ਪ੍ਰਗਟ ਕੀਤੀ ਆ ਕਿ ਇਹ ਸਾਡੇ ਨਾਲ ਕੀ ਮਤਲਬ ਕੋਈ ਪਹਿਰਾਵਾ, ਕੋਈ ਹੋਰ ਗੱਲ, ਕੋਈ ਸਾਡੇ ਸੰਸਕਾਰ ਉਹਨਾਂ ਤੇ ਇਫੈਕਟ ਕਿਉਂ ਨਹੀਂ ਕਰੇਗਾ। ਮੈਂ ਗੱਲ ਲੰਬੀ ਨਹੀਂ ਕਰਦਾ, ਸਿਰਫ ਇੱਕੋ ਹੀ ਗੱਲ ਕਰਦਾ। ਸਰਸਾ ਜੀ, ਤੁਹਾਡੀ ਸਰਕਾਰ ਵੱਲੋਂ ਸਿੱਖ ਦੇ ਫੌਜੀ ਦੇ ਸਿਰ ਤੇ ਹੈਲਮਟ ਪਾਉਣ ਦੀ ਵਕਾਲਤ ਨਹੀਂ ਕੀਤੀ ਗਈ ਇਕੱਲੀ, ਉਸ ਨੂੰ ਠੋਸ ਕੇ ਦਿੱਤਾ ਗਿਆ। ਹੁਣ ਮੈਨੂੰ ਦੱਸੋ ਕਿ ਸਿਰਸਾ ਸਾਹਿਬ ਇਸ ਗੱਲ ਨੂੰ ਮਾਨਤਾ ਦਿੰਦੇ ਆ ਕਿ ਸਿੱਖ ਦੇ ਸਿਰ ਤੇ ਹੈਲਮਟ ਪੈਣਾ ਚਾਹੀਦਾ, ਟੋਪੀ ਪੈਣੀ ਚਾਹੀਦੀ ਆ? ਹੁਣ ਇਹਨੂੰ ਉਹ ਬੜੇ ਢੰਗ ਨਾਲ ਬਦਲ ਕੇ ਇਹਦਾ ਪੱਖ ਪੇਸ਼ ਕਰਨਗੇ। ਫੌਜੀ ਆ ਜੀ, ਜਿਹੜਾ ਫੌਜੀ ਨੇ ਲੜਾਈ ਲੜਨੀ ਆ ਜੀ, ਉਹਦੀ ਜਾਨ ਦਾ ਖਤਰਾ। ਜਿੱਥੇ ਅਸੀਂ ਦੇਖੋ ਜਿਹੜੀ ਗੱਲ ਕਹੀ ਆ, ਦੇਖੋ ਅੱਜ ਗੱਲ ਜਿਹੜੇ ਜੋ ਧਾਮੀ ਸਾਹਿਬ ਸੁਣਾ ਰਹੇ ਸੀਗੇ, ਉਸ ਗੱਲ ਨੂੰ ਸਮਝਣਾ ਚਾਹੀਦਾ। ਇਹਦਾ ਸਾਡਾ ਮੰਤਵ ਇਹਦੇ 'ਚ ਬਿਲਕੁਲ ਨਹੀਂਗਾ। ਸਾਡਾ ਮਨਸ਼ਾ ਇਹ ਨਹੀਂਗਾ ਕਿ ਇੱਥੇ ਭਾਰਤੀ ਜਨਤਾ ਪਾਰਟੀ ਲੈ ਕੇ ਆ ਰਹੀ ਹੈ ਕਾਨੂੰਨ ਨੂੰ। ਇੱਥੇ ਸਰਕਾਰ ਦੇ ਅੰਦਰ ਜਿਹੜਾ ਇਹ ਕਾਨੂੰਨ, ਜਿਹੜਾ ਕਮਿਸ਼ਨ ਸੀਗਾ 21ਵਾਂ, ਉਸ 21ਵੇਂ ਕਾਨੂੰਨ ਕਮਿਸ਼ਨ ਨੇ ਕੀ ਕਿਹਾ? ਸਰਸਾ ਜੀ ਪੜ੍ਹ ਲੈਣ। ਇਹਨਾਂ ਨੇ 1.5 ਸਾਲ ਪਹਿਲਾਂ ਕਿਹਾ ਸੀ, ਉਹਨੇ ਕਲੀਅਰ ਕੱਟ ਇਹ ਕਹਿਤਾ ਸੀ ਕਿ ਅਜਿਹੇ ਕਾਨੂੰਨ ਦੀ ਨਾ ਲੋੜ ਆ ਤੇ ਨਾ ਸਾਰਥਕਤਾ ਹੈ। ਜੇ ਕਹੋ ਤਾਂ ਮੈਂ ਤੁਹਾਨੂੰ WhatsApp ਕਰ ਦੇਣਾ। ਸੋ ਇਹਦਾ ਮਤਲਬ ਕੀ ਹੈ ਕਿ ਅੱਜ 1.5 ਸਾਲ ਬਾਅਦ ਇਹਦੀ ਲੋੜ ਕਿਉਂ ਪੈ ਗਈ ਆ, ਜਦੋਂ ਕਿ ਇਸ ਗੱਲ ਨਾਲ ਘੱਟ ਗਿਣਤੀ 'ਚ ਗਰੇਵਾਲ ਸਾਹਿਬ, ਜੇ ਮੈਂ ਸਿੱਧਾ ਸਵਾਲ ਕਰਾਂ ਤਾਂ ਸ਼੍ਰੋਮਣੀ ਕਮੇਟੀ ਨੂੰ ਕੀ ਇਸ ਦੇ ਵਿੱਚ ਕੀ ਮਨਸ਼ਾ ਕੀ ਨਜ਼ਰ ਆਉਂਦੀ ਹੈ, ਜਾਂ ਸ਼੍ਰੋਮਣੀ ਕਮੇਟੀ ਦੇ ਤੌਖਲੇ ਕੀ ਨੇ, ਖਦਸ਼ਾ ਕੀ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਮਾਤ ਆ ਤੇ ਸਿੱਖ ਜਿਹੜੇ ਆ ਘੱਟ ਗਿਣਤੀ ਆ। ਇਹਦੇ 'ਚ ਇੱਕ ਕਲੈਰਿਟੀ ਆ ਕਿ ਘੱਟ ਗਿਣਤੀਆਂ ਤੇ ਇਹ ਇੱਕ ਹਮਲਾ ਵਾ ਉਹਨਾਂ ਦੇ ਧਾਰਮਿਕ, ਉਹਨਾਂ ਦੇ ਜਿਹੜੇ ਸੰਸਕਾਰ ਤੇ ਉਹਨਾਂ ਦੀਆਂ ਰਸਮਾਂ ਤੇ ਪਰੰਪਰਾਵਾਂ ਦੇ ਤੇ ਇੱਕ ਕਹਿੰਦੇ ਆ ਉਹ ਕਹਿੰਦਾ ਤਲਵਾਰ ਹੋਏਗੀ ਜਿਹੜੀ ਕਿ ਉਹਨਾਂ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਦਾ ਹਿੱਸਾ ਹੈ। ਹਾਂਜੀ ਸਿਰਸਾ ਸਾਹਿਬ, ਠੀਕ ਹੈ। ਸਿਰਸਾ ਸਾਹਿਬ, ਗਰੇਵਾਲ ਸਾਹਿਬ ਸਿੱਧਾ ਕਹਿ ਰਹੇ ਨੇ ਕਿ ਸਿੱਧੇ ਤੌਰ ਤੇ ਯੂਨੀਫਾਰਮ ਸਿਵਲ ਕੋਡ ਜੇਕਰ ਥੋੜੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਘੱਟ ਗਿਣਤੀਆਂ ਦੇ ਸਿੱਧੇ ਤੌਰ ਤੇ ਹਮਲਾ ਹੈ।
ਪਰ ਸਮਝਾ ਦੇਣ ਹਮਲਾ ਕਿਵੇਂ। ਅਸੀਂ ਵੀ ਤਾਂ ਇਹੀ ਪੁੱਛਣਾ ਚਾਹ ਰਹੇ, ਅਸੀਂ ਸਿੱਖ ਨਹੀਂ ਹੈਗੇ, ਸਾਨੂੰ ਵੀ ਤੇ ਗਿਆਨ ਦੇਣ, ਅਸੀਂ ਵੀ ਤੇ ਕਹੀਏ ਹਮਲਾ ਹੈ। ਹੈਲਮਟ ਨਹੀਂ ਸਰ, ਹੈਲਮਟ ਬਾਰੇ ਬੰਦ ਕਮਰੇ ਦੇ ਅੰਦਰ ਹੈਲਮਟ ਬਾਰੇ ਗੱਲ ਕਰਦੇ। ਨਹੀਂ ਸਿਰਸਾ ਸਾਹਿਬ ਚਲੋ ਮੈਂ ਤੁਹਾਨੂੰ ਵੀ ਸਿੱਧਾ ਸਵਾਲ ਕਰਾਂਗਾ, ਤੁਹਾਨੂੰ ਇਸ ਦੇ ਵਿੱਚ ਕੋਈ ਗਲਤ ਨਜ਼ਰ ਨਹੀਂ ਆਉਂਦਾ ਜੇਕਰ ਘੱਟ ਗਿਣਤੀਆਂ ਦੇ ਪੱਖ ਤੋਂ ਦੇਖਿਆ ਜਾਵੇ ਜਾਂ ਸਿੱਖ ਧਰਮ ਦੇ ਪੱਖ ਤੋਂ ਦੇਖਿਆ ਜਾਵੇ, ਤੁਹਾਨੂੰ ਕੋਈ ਖਦਸ਼ਾ ਨਹੀਂ? ਮੈਂ ਪੜ੍ਹਿਆ ਲਿਖਿਆ ਇਨਸਾਨ ਆ, ਮੈਨੂੰ ਲੋਕ ਸਵਾਲ ਪੁੱਛਦੇ ਆ ਤੇ ਮੈਨੂੰ ਇਹ ਤੇ ਕਹੂੰਗਾ ਨਾ ਮੈਨੂੰ ਆਹ ਖਸਤੇ ਵਾਲਾ ਕਾਗਜ਼ ਮਿਲ ਗਿਆ। ਬਈ ਪਹਿਲਾਂ ਤੇ ਅਜੇ ਤੱਕ ਇਹੀ ਨਹੀਂ ਪਤਾ ਕਿ ਸਰਕਾਰ ਨੇ ਕਿਆ UCC ਲਿਆਉਣ ਦਾ ਕੋਈ ਖਸਤਾ ਪੇਸ਼ ਕੀਤਾ ਹੈ। ਸਰਕਾਰ ਨੇ ਕਿਸੇ ਆਫੀਸ਼ੀਅਲ ਨੇ ਕਿਹਾ ਅਸੀਂ ਲੈ ਕੇ ਆ ਰਹੇ ਹਾਂ UCC, ਸਰਕਾਰ ਦੇ ਕਿਸੇ ਮੰਤਰੀ ਨੇ ਕਿਹਾ ਸੀ UCC ਲਿਆ ਰਹੇ ਹਾਂ, ਸਰਕਾਰ ਨੇ ਕਿਹਾ ਕਿ ਉਹਦੇ ਅੰਦਰ ਅਸੀਂ ਆਹ ਕਰਾਂਗੇ। ਯਾਰ ਇਹ ਤੇ ਮੈਂ ਤੇ ਬੜਾ ਹੈਰਾਨ ਆ ਕਿ ਇਸ ਤਰੀਕੇ ਦੇ ਨਾਲ ਤੇ ਸ਼ਾਇਦ ਪ੍ਰਾਚੀਨ ਦਿਨ ਅੱਜ ਤੋਂ 500 ਸਾਲ ਪਹਿਲਾਂ ਵੀ ਕੋਈ ਨਹੀਂ ਬੋਲਦਾ ਹੋਊਗਾ ਜਿਸ ਤਰੀਕੇ ਨਾਲ ਸਾਡੇ ਲੋਕ ਅੱਜ ਇਹ ਗੱਲਾਂ ਕਰਦੇ। ਸ਼੍ਰੋਮਣੀ ਕਮੇਟੀ ਸਿਰਫ ਇਸ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ BJP ਨਾਲ ਵਿਰੋਧ ਆ, ਅਲਾਈਅੰਸ ਨਹੀਂ ਹੋ ਰਿਹਾ, ਇਸ ਕਰਕੇ ਤੁਸੀਂ ਇਹ ਗੱਲਾਂ ਕਰਨ ਲੱਗ ਪਓ। ਮੈਂ ਗਰੇਵਾਲ ਸਾਹਿਬ ਨੂੰ ਇੱਕ ਬੇਨਤੀ ਕਰਦਾ, ਮੈਂ ਸਿੱਖ ਹੋਣ ਦੇ ਨਾਤੇ ਮੈਂ ਵੀ ਸਿੱਖ ਹਾਂ, ਮੇਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ਵਾਸ ਹੈ। ਮੈਂ ਬਾਰ-ਬਾਰ ਕਹਿੰਦਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿਰਮੌਰ ਸੰਸਥਾ ਹੈ ਜੀ, ਠੀਕ ਆ। ਅਸੀਂ ਉਹਦੀ ਰੋਜ਼ ਉਹਦੀ ਲੜਾਈ ਲੜਦੇ ਹਾਂ। ਮੈਂ ਗਰੇਵਾਲ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ, ਇਸ TV ਚੈਨਲ ਦੇ ਉੱਤੇ ਮੇਰੇ ਵਰਗੇ ਅਨਪੋਲ ਲੋਕਾਂ ਨੂੰ ਜਾਣਕਾਰੀ ਤੇ ਦੇ ਦਿਓ ਕਿ ਤੁਹਾਨੂੰ ਕਿਹੜੀ UCC ਦੀ ਤੁਸੀਂ ਕਿਹੜਾ ਕਾਗਜ਼ ਪੜ੍ਹ ਕੇ ਕਿਸ ਚੀਜ਼ ਦਾ ਵਿਰੋਧ ਕਰਦੇ ਪਏ ਜੇ। ਲੋਕ ਤੁਹਾਨੂੰ ਇਹ ਪੁੱਛਣਾ ਚਾਹ ਰਹੇ ਨੇ, ਜਾਂ ਤੁਸੀਂ ਸਿੱਧਾ ਕਹਿ ਦਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਿਰਸਾ ਸਾਹਿਬ ਇੱਥੇ ਨਾਲ ਜੋ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਲੋਂ ਹਰਮੇਸ਼ ਸਿੰਘ ਕਾਲਕਾ ਦੀ ਪ੍ਰੈਸ ਕਾਨਫਰੰਸ ਕੀਤੀ, ਉਸ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਦੋਵੇਂ ਹੀ ਸ਼੍ਰੋਮਣੀ ਕਮੇਟੀ ਵੀ ਦਿੱਲੀ ਗੁਰਦੁਆਰਾ ਕਮੇਟੀ ਵੀ ਸਿਰਮੌਰ ਸੰਸਥਾਵਾਂ ਨੇ ਸਿੱਖਾਂ ਦੀਆਂ, ਜੇਕਰ ਗੱਲ ਕੀਤੀ ਜਾਵੇ ਤਾਂ, ਪਰ ਦੋਵਾਂ ਦੇ ਤਰਕ ਪੱਖ ਵੱਖ-ਵੱਖ ਨੇ। ਹਰਮੇਸ਼ ਸਿੰਘ ਕਾਲਕਾ ਇਹ ਕਹਿੰਦੇ ਨੇ ਕਿ ਜਦੋਂ ਤੱਕ ਕੋਈ ਡਰਾਫਟ ਹੀ ਨਹੀਂ ਆਇਆ ਉਦੋਂ ਤੱਕ ਕੋਈ ਵਿਰੋਧ ਕਰਨ ਦਾ ਕੋਈ ਆਧਾਰ ਹੀ ਨਹੀਂ ਬਣਦਾ, ਕੋਈ ਤੁਕ ਨਹੀਂ ਬਣਦਾ, ਸਾਨੂੰ ਵਿਰੋਧ ਹੀ ਨਹੀਂ ਕਰਨਾ ਚਾਹੀਦਾ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਕਲੀਅਰ ਕੱਟ ਲਾਈਨ ਹੈ ਕਿ ਯੂਨੀਫਾਰਮ ਸਿਵਲ ਕੋਡ ਜਿਹੜਾ ਘੱਟ ਗਿਣਤੀਆਂ ਦੇ ਖਿਲਾਫ ਹੈ, ਸਿੱਖ ਧਰਮ ਦੇ ਖਿਲਾਫ ਹੈ, ਇਸ ਕਰਕੇ ਲਾਗੂ ਨਹੀਂ ਹੋਣਾ ਚਾਹੀਦਾ। ਸਿਰਸਾ ਸਾਹਿਬ ਨਹੀਂ, ਪਰ ਕਿੱਥੇ ਮੈਂ ਇਹ ਪੁੱਛ ਰਿਹਾ ਜਿਹੜਾ ਕਹਿ ਰਹੇ ਨੇ ਕਿ ਘੱਟ ਗਿਣਤੀਆਂ ਦੇ ਖਿਲਾਫ ਆ, ਉਹ ਕਿਹੜੀ ਲਾਈਨ ਪੜ੍ਹ ਕੇ ਬੋਲ ਰਹੇ? ਮੈਂ ਬਾਰ-ਬਾਰ ਪੁੱਛ ਰਿਹਾ ਉਹਨਾਂ ਨੂੰ। ਹਾਂਜੀ ਗਰੇਵਾਲ ਸਾਹਿਬ, ਸਿਰਸਾ ਸਾਹਿਬ ਵਾਰ-ਵਾਰ ਜ਼ਿਕਰ ਕਰ ਰਹੇ ਨੇ ਕਿ ਇਹ ਦੱਸ ਦਿਓ ਕਿ ਕਿੱਥੇ ਇਸ ਗੱਲ ਦਾ ਜ਼ਿਕਰ ਹੈ, ਕਿਹੜੇ ਮੰਤਰੀ ਨੇ ਐਲਾਨ ਕੀਤਾ ਕਿ ਅਸੀਂ ਇਹ ਕੋਡ ਨੂੰ ਲਾਗੂ ਕਰ ਰਹੇ ਹਾਂ, ਕਿੱਥੇ ਉਸ ਦੀ ਕੋਈ ਪੂਰਾ ਖਰੜਾ, ਪੂਰੀ ਡਿਟੇਲ, ਪੂਰਾ ਡਰਾਫਟ ਸਾਹਮਣੇ ਆ ਗਿਆ ਜਿਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਅਜਿਹੇ ਜਿਹੜੇ ਖਦਸ਼ੇ ਉਹ ਨਜ਼ਰ ਆਉਂਦੇ ਨੇ। ਮੈਂ ਪਹਿਲਾਂ ਹੀ ਕਿਹਾ, ਦੇਖੋ ਸਰਸਾ ਜੀ ਮੇਰੀ ਉਸ ਗੱਲ ਦਾ ਜਵਾਬ ਨਹੀਂ ਦੇਣਗੇ। ਮੈਂ ਦੇ ਰਿਹਾ ਨਾ, ਉਹ ਵੀ ਸੁਣੋ ਗਰੇਵਾਲ ਸਾਹਿਬ, ਉਹਦਾ ਜਵਾਬ ਪਹਿਲਾਂ ਲੈ ਲਓ। ਸੁਣ ਲਓ ਪਲੀਜ਼। ਨਹੀਂ, ਜਿਵੇਂ ਤੁਸੀਂ ਹੈਲਮਟ ਦੀ ਗੱਲ ਕਰਦੇ ਜੇ ਤੁਸੀਂ ਠੀਕ ਹੈ ਸਰ ਸਾਹਿਬ ਤੁਹਾਨੂੰ ਕਰਦਾ। ਚਲੋ ਗਰੇਵਾਲ ਸਾਹਿਬ ਦਾ ਪੱਖ ਜਾਣ ਲਈਏ, ਗਰੇਵਾਲ ਸਾਹਿਬ ਦਾ ਪੱਖ ਜਾਣ ਲੈਣਾ। ਮੈਨੂੰ ਕਿਹਾ ਮੈਂ ਹੈਲਮਟ ਦਾ ਜਵਾਬ ਦਿੱਤਾ, ਹੈਲਮਟ ਦਾ ਜਵਾਬ ਵੀ ਲੈ ਲਓ ਗਰੇਵਾਲ ਸਾਹਿਬ। ਮੈਂ ਕਹਿ ਰਿਹਾ ਤੁਸੀਂ ਹੈਲਮਟ ਦਾ ਨਾਮ ਲੈ ਕੇ ਕਿਹਾ ਨਾ ਵੀ ਉਹਨੇ ਹੈਲਮਟ ਪਾਉਣ ਨੂੰ ਕਿਹਾ, ਸਾਨੂੰ ਵਿਰੋਧ ਆ। ਅਸੀਂ ਵੀ ਇਹ ਕਹਿ ਰਹੇ ਕਿ ਉਸੇ ਤਰ੍ਹਾਂ ਬਾਕੀ ਵਿਰੋਧ ਦੱਸ ਦਿਓ, ਹੁਣ ਕਿਹੜਾ ਪਾਉਣ ਨੂੰ ਕਿਹਾ। ਅਸੀਂ ਤੁਹਾਨੂੰ ਪੁੱਛਣਾ ਚਾਹ ਰਹੇ, ਤੁਸੀਂ ਦੱਸ ਨਹੀਂ ਰਹੇ। ਅਸੀਂ ਤੁਹਾਨੂੰ ਇਹੀ ਤੇ ਪੁੱਛ ਰਹੇ ਹਾਂ, ਜਿਵੇਂ ਤੁਸੀਂ ਹੈਲਮਟ ਦਾ ਵਿਰੋਧ ਕੀਤਾ, ਤੁਹਾਡਾ ਵਿਰੋਧ ਜਾਇਜ਼ ਆ ਨਾ। ਅਸੀਂ ਕਹਿ ਰਹੇ ਜਾਇਜ਼ ਹੈਲਮਟ ਦਾ ਵਿਰੋਧ, ਪਰ ਸਾਨੂੰ ਦੱਸੋ ਇਹ ਕਿਹੜਾ ਹੈਲਮਟ ਹੈ, ਸਮਝਾਓ। ਹਾਂਜੀ ਸੁਣ ਲਓ ਗਰੇਵਾਲ ਸਾਹਿਬ ਡਿਟੇਲ ਚ ਦੱਸ ਦਿਓ ਆਖਰਕਾਰ ਕਿ ਕੀ ਡਿਟੇਲ ਤੁਹਾਨੂੰ ਨਜ਼ਰ ਆਉਂਦੀ ਇਹਦੇ ਵਿੱਚ। ਆਹ ਗੱਲ ਆ ਗਈ ਨਾ ਜੀ। ਹੁਣ ਦੇਖੋ ਸਰਸਾ ਜੀ ਨੇ ਇਹ ਗੱਲ ਮੰਨ ਲਈ ਹੈ ਕਿ ਮੈਂ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੈ ਕਿ ਸਿੱਖ ਦੇ ਹੈਲਮਟ ਨਹੀਂ ਪੈਣਾ ਚਾਹੀਦਾ, ਪਰ ਸਰਕਾਰ ਜਾਂ ਜਿਹੜਾ ਘੱਟ ਗਿਣਤੀ ਕਮਿਸ਼ਨ ਆ ਉਹ ਇਹਨੂੰ ਮੰਨ ਚੁੱਕਿਆ, ਇਹਨੂੰ ਲਾਗੂ ਕਰਾ ਚੁੱਕਿਆ। ਇੱਕ ਗੱਲ। ਦੂਜੀ ਗੱਲ, ਸਰਸਾ ਜੀ ਮੈਨੂੰ ਇਹ ਕਹਿ ਰਹੇ ਕਿ ਸਰਕਾਰ ਨੇ ਤਾਂ ਕਿਹਾ ਹੀ ਕੁਝ ਨਹੀਂ। ਹੁਣ ਜਿਹੜਾ ਲਾ ਕਮਿਸ਼ਨ ਆ ਇਹ ਕਿਹਨੇ ਬਣਾਇਆ? ਸਰਕਾਰ ਨੇ ਬਣਾਇਆ। ਉਸ ਤੋਂ ਬਾਅਦ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਪਰਸੋਂ ਇੱਕ ਰੈਲੀ ਦੇ ਵਿੱਚ ਇਸ ਗੱਲ ਦੀ ਡਟਵੀਂ ਪ੍ਰੋੜਤਾ ਕਰ ਰਹੇ ਨੇ। ਦੱਸੋ ਇਹ ਕਿੱਥੇ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਨਹੀਂ ਚੱਲ ਰਹੀ। ਜੇ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਕਾਨੂੰਨ ਦੇ ਬਾਰੇ 'ਚ ਕਿਨਾ ਉਹਦੀ ਪ੍ਰੋੜਤਾ ਕਰੇ, ਉਹਨੂੰ ਲਾਗੂ ਕਰਾਉਣ ਦੀ ਉਹਦੀਆਂ ਅਛਾਈਆਂ ਦੇ ਬਾਰੇ ਸਾਡੇ ਨਾਲ ਜ਼ਿਕਰ ਕਰੇ, ਤੇ ਇਹਦਾ ਮਤਲਬ ਲਾਗੂ ਹੀ ਆ ਉਹ। ਸੋ ਸਰਸਾ ਜੀ ਮੈਂ ਤਾਂ ਕਹਿਣਾ ਅੱਜ ਦੀ ਦਿਨ ਤੇ ਅੱਜ ਦਾ ਸਮਾਂ ਵੀ ਨੋਟ ਕਰ ਲਓ। ਜੇ ਇਹ ਕਾਨੂੰਨ ਲਾਗੂ ਹੁੰਦਾ, ਇਹਦੇ ਨਾਲ ਅਸੀਂ ਨਹੀਂ ਚਾਹੁੰਦੇ ਕਿ ਦੇਸ਼ ਦੇ ਅੰਦਰ ਕੋਈ ਜਿਹੜੀ ਆ ਬੇਗਾਨਗੀ ਦੀ ਭਾਵਨਾ ਹੋਰਾਂ ਵਿੱਚ ਵੀ ਪੈਦਾ ਹੋਵੇ। ਅਸੀਂ ਦੇਸ਼ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਹਾਂ। ਸਿੱਖ ਨੇ ਹਮੇਸ਼ਾ ਦੇਸ਼ ਦੀ ਆਜ਼ਾਦੀ ਲਈ, ਦੇਸ਼ ਦੀ ਕਹਿੰਦੇ ਦੇ ਯਾਦ ਹਸਤੀ ਨੂੰ ਕਾਇਮ ਰੱਖਣ ਲਈ ਬੜੀਆਂ ਵੱਡੀਆਂ ਲੜਾਈਆਂ ਲੜੀਆਂ। ਅੱਜ ਵੀ ਸਾਡੇ ਮਨ ਦੀ ਮਨਸ਼ਾ ਇਸੇ ਤਰ੍ਹਾਂ ਦੀ ਆ। ਮੈਂ ਕਲੀਅਰ ਕਰ ਦਿਆਂ, ਤੁਹਾਡੇ ਆਡੀਅנס ਸੁਣ ਰਹੇ ਨੇ, ਸਰਸਾ ਜੀ ਵੀ ਸੁਣ ਰਹੇ ਨੇ। ਸਾਡਾ ਮਕਸਦ ਇਹ ਨਹੀਂ ਆ ਕਿ ਇਹਨੂੰ BJP ਲਿਆ ਰਹੀ ਆ ਤਾਂ ਕਰਕੇ ਵਿਰੋਧ ਕਰ ਰਹੇ ਹਾਂ। ਅਸੀਂ ਬੜੇ ਫਿਕਰਮੰਦੀ ਨਾਲ, ਬੜੀ ਵਿਚਾਰ ਵਟਾਂਦਰੇ ਤੋਂ ਉਪਰੰਤ, ਜਦੋਂ ਕਿ ਇੱਥੇ ਲੋੜ ਨਹੀਂ ਹੈ। ਵਿਚਾਰ ਕੀ ਕੀਤੇ ਤੁਸੀਂ? ਸਾਨੂੰ ਵਿਚਾਰ ਇਹੋ ਹੀ ਕੀਤੀ ਆ ਕਿ ਜੋ ਕੁਝ ਮਨ ਨੂੰ ਮੰਨਿਆ ਜਾ ਰਿਹਾ ਉਹਦੇ ਨਾਲ ਸਿੱਖਾਂ ਦੀ ਵੱਖਰੀ ਅੰਡਰੀ, ਸਾਡੇ ਪਰੰਪਰਾਵਾਂ, ਸਾਡੇ ਸਿਧਾਂਤਾਂ ਦੇ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ। ਤੁਸੀਂ ਵੇਖੋ ਕਿ ਸਾਡੀ ਦਸਤਾਰ ਦਾ ਮਸਲਾ, ਸਾਡੇ ਕਕਾਰਾਂ ਦਾ ਮਸਲਾ। ਆਹੀ ਗੱਲ ਮੈਂ ਤੁਹਾਨੂੰ ਕਹੀ ਸੀ, ਮੈਂ ਹੋਣਗੀਆਂ ਦੇ ਨਾਮ ਦੇ ਉੱਤੇ ਵੀ ਕਰ ਸਕਦੇ ਨੇ, ਕਿਉਂਕਿ ਹੁਣ ਤੁਸੀਂ ਇਹਨਾਂ ਗੱਲਾਂ ਬਾਰੇ ਹੋਣਗੀਆਂ ਤੇ ਤੁਸੀਂ ਕਰ ਸਕਦੇ ਜੇ। ਤੁਸੀਂ ਇਹਨਾਂ ਗੱਲਾਂ ਬਾਰੇ ਇਹ ਪਹਿਲਾ ਵਿਰੋਧ ਹੋਊਗਾ ਦੇਸ਼ ਦੇ ਅੰਦਰ
ਜਿਹਦਾ ਵਿਰੋਧ ਦਾ ਕਾਰਨ ਨਹੀਂ ਪਤਾ, ਪਰ ਕਹਿੰਦੇ ਅਸੀਂ ਵਿਰੋਧ ਕਰ ਰਹੇ ਹਾਂ। ਮੈਨੂੰ ਯਾਦ ਆ ਗਿਆ ਉਹ ਮੂਵੀ ਬੰਟੀ ਬੱਬਲੀ ਜਦੋਂ ਉਹਦੇ ਘਰ ਦੇ ਬਾਹਰ ਨਹੀਂ, ਪਰ ਸਿਰਸਾ ਸਾਹਿਬ ਤੁਸੀਂ ਕਹਿ ਰਹੇ ਕਿ ਵਿਰੋਧ ਦੇ ਕਾਰਨ, ਪਰ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਤਾਂ ਸਾਫ਼-ਸਾਫ਼ ਕਹਿ ਰਹੇ ਨੇ ਕਿ ਸਿੱਖ ਧਰਮ ਦੇ ਸਿਧਾਂਤਾਂ ਤੇ ਪਰੰਪਰਾਵਾਂ ਤੇ ਹਮਲਾ ਹੋਵੇਗਾ। ਗਰੇਵਾਲ ਸਾਹਿਬ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਬਿਲਕੁਲ ਨਹੀਂ ਮੈਨੂੰ ਸਪਸ਼ਟ ਕਰਨਾ ਚਾਹੀਦਾ ਵਿਰੋਧ ਕਿਸ ਚੀਜ਼ ਦਾ ਕਰ ਰਹੇ ਨੇ। ਸਪਸ਼ਟ ਕਰਨਾ ਚਾਹੀਦਾ ਬਈ ਨਾ ਸਰਕਾਰ ਨੇ ਕੋਈ ਖਰਚ ਲੈ ਕੇ ਆਂਦਾ ਖਲੜਾ, ਨਾ ਸਰਕਾਰ ਨੇ ਕੋਈ ਦੱਸਿਆ ਕਿ ਅਸੀਂ ਕਰਨਾ ਕੀ ਆ। ਔਰ ਦੂਜੀ ਗੱਲ, ਮੈਂ ਤਾਂ ਗਰੇਵਾਲ ਸਾਹਿਬ ਨੂੰ ਇਹ ਸਵਾਲ ਪੁੱਛਦਾ ਹਾਂ, ਗਰੇਵਾਲ ਸਾਹਿਬ ਦਾ ਔਰ ਮੇਰੇ ਵਰਗੇ ਸਾਰੇ ਸਿੱਖ ਦੁਨੀਆ ਭਰ ਦੇ ਅੰਦਰ ਵੱਸਦੇ ਨੇ, ਸਾਰੀ ਦੁਨੀਆ ਦੇ ਅੰਦਰ ਇੱਕ ਹੀ ਯੂਨੀਫਾਰਮ ਸਿਵਲ ਕੋਡ ਆ, ਫਿਰ ਉੱਥੋਂ ਸਿੱਖਾਂ ਨੂੰ ਕਹੋ ਕਿ ਛੱਡ ਦੇਣ। ਬਈ ਤੁਹਾਡੇ ਪਰਿਵਾਰ ਦੇ ਬੱਚੇ ਉੱਥੇ ਮੰਨਣ ਨੂੰ ਤਿਆਰ ਆ, ਜਿਹੜਾ ਉੱਥੇ ਕੋਡ ਆ ਉਹ ਕਹਿੰਦੇ ਚੰਗਾ ਏ, ਜਿਹੜਾ ਇੰਡੀਆ 'ਚ ਉਹ ਮਾੜਾ ਹੈ। ਸਿਵਲਾਈਜ਼ਡ ਸੁਸਾਇਟੀ ਆ, ਉਹਦੇ ਨਾਲ ਧਰਮ ਦਾ ਮਤਲਬ ਨਹੀਂ, ਧਰਮ ਦੀ ਕਿਸੇ ਚੀਜ਼ ਨੂੰ ਛੇੜਿਆ ਨਹੀਂ ਜਾ ਸਕਦਾ। ਕੋਈ ਦੁਨੀਆ 'ਚ ਧਰਮ ਨੂੰ ਛੇੜਨ ਦੀ ਤਾਕਤ ਨਹੀਂ ਰੱਖਦਾ, ਕਿਸੇ ਦੇ ਧਰਮ ਨੂੰ ਵੀ ਨਹੀਂ ਛੇੜਿਆ ਜਾ ਸਕਦਾ। ਇਹ ਸਾਨੂੰ ਆਰਟੀਕਲ ਸੰਵਿਧਾਨ 'ਚ ਇਜਾਜ਼ਤ ਦਿੰਦਾ ਹੈ। ਇਸੇ ਕਰਕੇ ਹੀ ਸਾਡੀ ਜਹਾਜ਼ ਅੰਦਰ ਵੀ ਕਿਰਪਾਨ ਅਲਾਉਡ ਆ, ਕਿਉਂਕਿ ਸਾਨੂੰ ਸੰਵਿਧਾਨ ਨੇ ਇਜਾਜ਼ਤ ਦਿੱਤੀ ਕਿ ਤੁਹਾਡੇ ਧਰਮ ਨੂੰ ਨਹੀਂ ਛੇੜ ਸਕਦੇ। ਅਸੀਂ ਵਿਲੱਖਣਤਾ ਨੂੰ ਕੋਰਟਾਂ ਦੇ ਛੱਡੋ, ਜਹਾਜ਼ਾਂ 'ਚ ਵੀ ਮੰਨਿਆ ਜਾਂਦਾ ਹੈ। ਪਰ ਮੇਰੀ ਹੈਰਾਨਗੀ ਹੈ ਕਿ ਦੇਸ਼ ਭਰ ਦੇ ਸਿੱਖ ਇਹ ਸੁਣ ਰਹੇ ਨੇ ਤੁਹਾਡੇ ਟੀਵੀ ਚੈਨਲ ਤੇ। ਸ਼੍ਰੋਮਣੀ ਕਮੇਟੀ ਵਾਹ ਦੇਸ਼ ਕਰਕੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਸਾਡੇ ਨਾਲ ਅਲਾਈਅੰਸ ਨਹੀਂ ਹੋਇਆ, ਤੇ ਹਾਂ ਹੁਣ ਅਸੀਂ ਤੁਹਾਨੂੰ ਗਾਲਾਂ ਕੱਢਣੀਆਂ ਨੇ ਤੇ ਕੱਢੋ, ਬਿਲਕੁਲ ਅਧਿਕਾਰ ਆ, ਤੁਹਾਨੂੰ ਕੱਢਣੀਆਂ ਵੀ ਚਾਹੀਦੀਆਂ ਨੇ। ਬਸ ਇਹ 'ਚ ਲਾਈਨ ਇੱਕ ਐਡ। ਹਾਂਜੀ ਗਰੇਵਾਲ ਸਾਹਿਬ ਵੱਡੀ ਗੱਲ ਕਹਿ ਰਹੇ ਨੇ, ਸਿਰਸਾ ਸਾਹਿਬ ਵੱਡੀ ਗੱਲ ਕਹਿ ਰਹੇ ਨੇ ਕਿ ਅਲਾਈਅੰਸ ਨਹੀਂ ਹੋਇਆ, ਗੱਠਜੋੜ ਨਹੀਂ ਹੋਇਆ, ਇਸ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਗਰੇਵਾਲ ਸਾਹਿਬ, ਸਿਰਸਾ ਸਾਹਿਬ ਦਾ ਵੱਡਾ ਬਿਆਨ ਹੈ। ਇੱਧਰ ਸੁਣੋ ਗੱਲ ਸਿਰਸਾ ਜੀ, ਹੌਸਲਾ ਰੱਖੋ। ਇਹਦਾ ਮਤਲਬ ਹੈ ਗੱਠਜੋੜ ਕਰਕੇ ਚਲੋ ਸਿਰਸਾ ਸਾਹਿਬ ਗਰੇਵਾਲ ਸਾਹਿਬ ਨੂੰ ਗੱਲ ਕਹਿਣ ਦਿਓ ਆਪਣੀ ਪੂਰੀ। ਗੱਲ ਸੁਣ ਲਓ। ਹਾਂਜੀ ਗਰੇਵਾਲ ਸਾਹਿਬ, ਤੁਸੀਂ ਕਹਿੰਦੇ ਹੋ ਵੀ ਗੱਠਜੋੜ ਵਾਲਾ ਮੁੱਦਾ, ਸ਼੍ਰੋਮਣੀ ਕਮੇਟੀ ਦਾ ਗੱਠਜੋੜ ਦੇ ਨਾਲ ਕੋਈ ਸੰਬੰਧ ਨਹੀਂ। ਤੁਸੀਂ ਗੱਠਜੋੜ ਕਰਿਓ ਜਾਂ ਨਾ ਕਰਿਓ, ਗੱਠਜੋੜ ਅਕਾਲੀ ਦਲ ਕਰੇ ਜਾਂ ਨਾ ਕਰੇ, ਦੇਖੋ ਆਖਰਕਾਰ ਸਿੱਖਾਂ ਨੇ ਇੱਕ ਚੁਣੀ ਹੋਈ ਸੰਸਥਾ। ਹੁਣ ਮੈਂ ਇੱਕ ਬੇਨਤੀ ਕਰਦਾ, ਹੁਣ ਤੁਸੀਂ ਸੁਣ ਰਹੇ ਹੋ ਤੇ ਸਰਸਾ ਜੀ ਇਹਦਾ ਜਵਾਬ ਵੀ ਦੇਣਗੇ। ਹੁਣ ਮੈਨੂੰ ਦੱਸੋ ਕਿ ਜਿਹੜਾ ਵੀ ਮਿਨੋਰਟੀ ਆ, ਖਾਸ ਤੌਰ ਤੇ ਸਿੱਖ ਆ, ਅਸੀਂ ਇਹਦੇ ਲਈ ਵਚਨਬੱਧ ਆ ਕਿ ਉਹਦੀ ਆਇਡੈਂਟੀਟੀ ਜਿਹੜੀ ਆ ਕਾਇਮ ਰਹਿਣੀ ਚਾਹੀਦੀ ਆ, ਉਹਦੀਆਂ ਆਪਣੇ ਪਰੰਪਰਾਵਾਂ ਸੰਸਕਾਰ ਜਿਹੜੇ ਕਾਇਮ ਰਹਿਣੇ ਚਾਹੀਦੇ ਆ। ਹੁਣ ਅਸੀਂ ਬੜਾ ਜ਼ੋਰ ਲਾ ਕੇ ਭਾਵੇਂ ਕਿ ਲੰਗੜਾ ਕਾਨੂੰਨ ਆਇਆ ਆਨੰਦ ਮੈਰਿਜ ਐਕਟ, ਹੁਣ ਮੈਨੂੰ ਦੱਸੋ ਸਰਸਾ ਸਾਹਿਬ, ਤੁਹਾਡੇ UCC ਦੇ ਨਾਲ ਆਨੰਦ ਮੈਰਿਜ ਐਕਟ ਦੀ ਕੀ ਵੈਲਿਊ ਰਹੇਗੀ? ਹਾਲਾਂਕਿ ਪੂਰਾ ਨਹੀਂ ਹੈਗਾ, ਅਸੀਂ ਉਹਨੂੰ ਪੁਰਾਣਾ ਆਨੰਦ ਮੈਰਿਜ ਐਕਟ ਦੇ ਤੌਰ ਤੇ ਲਾਗੂ ਕਰਾਉਣਾ ਚਾਹੁੰਦੇ ਆ। ਮੈਨੂੰ ਇੱਕੋ ਹੀ ਦੱਸ ਦਿਓ, ਆਨੰਦ ਮੈਰਿਜ ਐਕਟ ਸਿੱਖਾਂ ਠੀਕ ਹੈ ਗਰੇਵਾਲ ਸਾਹਿਬ, ਸਾਡੇ ਕੋਲ ਸਮਾਂ ਘੱਟ ਹੈ। ਹਾਂਜੀ ਸਿਰਸਾ ਸਾਹਿਬ ਥੋੜੇ ਸ਼ਬਦਾਂ ਜਵਾਬ ਦੇ ਦਿਓ ਜੋ ਆਨੰਦ ਮੈਰਿਜ ਐਕਟ ਦਾ ਜ਼ਿਕਰ ਕਰ ਰਹੇ ਨੇ। ਪ੍ਰੋਬਲਮ ਕੀ ਆ ਕਿ ਗਰੇਵਾਲ ਸਾਹਿਬ ਦਾ ਆਪਣਾ ਵਿਆਹ ਜਿਹੜਾ ਰਜਿਸਟਰ ਹੋਇਆ ਨਾ, ਉਹ ਹਿੰਦੂ ਮੈਰਿਜ ਐਕਟ 'ਚ ਹੋਇਆ ਹੈ। ਆਨੰਦ ਮੈਰਿਜ ਐਕਟ ਅੰਦਰ ਇਹਦਾ ਵਿਆਹ ਨਹੀਂ ਰਜਿਸਟਰ ਹੋਇਆ, ਔਰ ਇਹ ਚਾਹੁੰਦੇ ਨੇ ਕਿ ਉਹ ਹਿੰਦੂ ਮੈਰਿਜ ਐਕਟ 1954 ਜਿਹੜਾ ਉਹਦੇ ਤਹਿਤ ਹੀ ਸਿੱਖਾਂ ਦੇ ਰਜਿਸਟਰ ਹੁੰਦੇ ਰਹਿਣੇ ਚਾਹੀਦੇ ਨੇ। ਇਹ ਗਰੇਵਾਲ ਸਾਹਿਬ ਦੀ ਸੋਚ ਹੈ, ਇਸ ਤੇ ਸਾਨੂੰ ਇਤਰਾਜ਼ ਆ। ਤੁਸੀਂ ਗਰੇਵਾਲ ਸਾਹਿਬ ਅਗਰ ਮੇਰੀ ਗੱਲ ਗਲਤ ਹੋਵੇ ਤੇ ਮੈਨੂੰ ਦੱਸ ਦਿਓ ਜੇ। ਤੁਹਾਡੀ ਰਜਿਸਟ੍ਰੇਸ਼ਨ ਵੀ ਅੰਡਰ ਹਿੰਦੂ ਮੈਰਿਜ ਐਕਟ 1954 ਦੇ ਤਹਿਤ ਹੋਈ ਆ। ਹੁਣ ਲੈ ਕੇ ਆਏ ਆਨੰਦ ਮੈਰਿਜ ਐਕਟ, ਉਹਦੀ ਵਕਾਲਤ ਕਰਦੇ ਨਹੀਂ ਹੋਈ ਉਹਦੇ ਤਹਿਤ, ਅੱਜ ਵੀ ਉਹਦੇ ਤਹਿਤ ਹੋ ਰਹੀ। ਤੁਹਾਨੂੰ ਜਾਣਕਾਰੀ ਨਹੀਂ, ਮੇਰਾ ਕੋਈ ਗੱਲ ਨਹੀਂ ਹੈਗਾ ਨਾ। ਤੁਸੀਂ ਅਗਰ ਤੁਹਾਨੂੰ ਕੋਲ ਇੰਨੀ ਵੀ ਜਾਣਕਾਰੀ ਨਹੀਂ ਹੈਗੀ, ਆਨੰਦ ਮੈਰਿਜ ਐਕਟ ਫॉर ਰਜਿਸਟ੍ਰੇਸ਼ਨ ਆ, ਨਾਟ ਫॉर ਦੀ ਐਕਟ। ਆਨੰਦ ਮੈਰਿਜ ਐਕਟ ਲੱਗੇ ਤੁਹਾਡੇ ਬੱਚਿਆਂ ਦੇ ਵਿਆਹ ਆਨੰਦ ਮੈਰਿਜ ਐਕਟ ਨਾਲ ਹੁਣ ਚਾਹੁੰਦੇ ਹੋ? ਉਸ 'ਚ ਹੀ ਹੋਣੇ ਚਾਹੀਦੇ ਆ, ਪਰ ਤੁਹਾਡਾ ਹੋਣੇ ਚਾਹੀਦੇ ਆ ਤੇ ਫਿਰ ਮੈਂ ਤਾਂ ਸਾਡੇ ਮੈਰਿਜ ਹੋ ਰਹੇ ਨੇ। ਅਸੀਂ ਤਾਂ ਕਹਿ ਰਹੇ ਹਾਂ ਤੁਸੀਂ ਇਹੀ ਤੇ ਨਹੀਂ ਕਰ ਰਹੇ। ਅੱਜ ਅਸੀਂ ਟੀਵੀ ਚੈਨਲ ਤੇ ਤੁਹਾਨੂੰ ਐਲਾਨ ਕਰ ਰਹੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰਸਾ ਸਾਹਿਬ ਗਰੇਵਾਲ ਸਾਹਿਬ ਵੱਡਾ ਸਵਾਲ ਇਹ ਖੜਾ ਕਰ ਰਹੇ, ਜੇ ਤੁਸੀਂ ਚਾਹੁੰਦੇ ਹੋ ਕਿ ਸਿੱਖ ਮੈਰਿਜ ਐਕਟ ਦੇ ਅਨੁਸਾਰ ਜਿਹੜੇ ਵਿਆਹ ਰਜਿਸਟਰ ਹੋਣ ਤਾਂ ਫਿਰ ਯੂਨੀਫਾਰਮ ਸਿਵਲ ਕੋਡ ਦੇ ਨਾਲ ਕਿਵੇਂ ਸੰਭਵ ਹੋਵੇਗਾ? ਸਿਰਸਾ ਸਾਹਿਬ ਗਰੇਵਾਲ ਸਾਹਿਬ ਦਾ ਇਹ ਵੱਡਾ ਸਵਾਲ ਹੈ। ਹਾਂ ਇਹੀ ਦੱਸਣ ਲੱਗਾ ਹੈ। ਹੁਣ ਹਿੰਦੂ ਮੈਰਿਜ ਐਕਟ ਦੇ ਤਹਿਤ ਸਾਡਾ ਵਿਆਹ ਨਹੀਂ ਹੋਊਗਾ, ਸਾਡਾ ਨੈਸ਼ਨਲ ਮੈਰਿਜ ਐਕਟ ਦੇ ਤਹਿਤ ਹੋਊਗਾ, ਜਿਹਨੂੰ ਯੂਨੀਫਾਰਮ ਸਿਵਲ ਕੋਡ ਕਹਿੰਦੇ। ਸਾਡੀ ਗੱਲ ਤਾਂ ਗਈ ਨਾ, ਨੈਸ਼ਨਲ ਨਹੀਂ ਹੋਊਗਾ ਸਾਡੀ। ਹੁਣ ਤਾਂ ਖਤਮ ਹੋ ਗਈ। ਦੇਖਿਓ ਨਹੀਂ, ਪਰ ਉਹ ਕਹਿ ਰਹੇ ਨੇ ਕਿ ਸਿੱਖ ਮੈਰਿਜ ਐਕਟ ਮਨਫੀ ਹੋ ਜਾਏਗਾ ਇਹਦੇ ਨਾਲ। ਗਰੇਵਾਲ ਸਾਹਿਬ ਜੋ ਸਵਾਲ ਖੜਾ ਕਰ ਰਹੇ ਨੇ, ਸਰਸਾ ਜੀ ਇਹੋ ਹੀ ਮਨਫੀ ਹੋ ਜਾਏਗਾ। ਆਨੰਦ ਮੈਰਿਜ ਐਕਟ ਐਜ਼ ਇਟ ਇਜ਼ ਰੈਗੂਲਰ ਖੋਲੀਆਂ ਪੈਣੀਆਂ, ਨਾ ਦੀ ਵਕਾਲਤ ਕਰੋ, ਹੱਥਾਂ ਨਾਲ ਨਹੀਂ ਵਕਾਲਤ ਤੁਸੀਂ ਨਾ ਕਰੋ, ਤੁਸੀਂ ਝੂਠ ਬੋਲਦੇ ਪਏ ਜੇ। ਮੇਰੀ ਗੱਲ ਦਾ ਜਵਾਬ ਤੁਸੀਂ ਤੁਹਾਡੇ ਕੋਲ ਇਸ ਕਰਕੇ ਤੁਸੀਂ ਭਾਜੀ ਆਨੰਦ ਮੈਰਿਜ ਐਕਟ ਨੂੰ ਖਤਮ ਕਰਦੇ ਹਮ ਹੀ ਹੋ। ਨਹੀਂ ਕੌਣ ਕਹਿੰਦਾ ਆਨੰਦ ਮੈਰਿਜ ਐਕਟ? ਪਹਿਲਾਂ ਮੈਨੂੰ ਦੱਸੋ ਨੈਸ਼ਨਲ ਲਾਗੂ ਕਿੱਥੇ ਹੈ? ਨਹੀਂ, ਪਰ ਸਿਰਸਾ ਸਾਹਿਬ ਗਰੇਵਾਲ ਸਾਹਿਬ ਕਹਿ ਰਹੇ ਕਿ ਇਸ ਦੇ ਨਾਲ ਆਨੰਦ ਮੈਰਿਜ ਐਕਟ ਦੀ ਜਿਹੜੀ ਹੋਂਦ ਆ, ਅਸਤਿਤਵ ਹੈ, ਉਹ ਖਤਮ ਹੋ ਜਾਏਗਾ। ਸਰ ਮੈਂ ਇਹੀ ਤਾਂ ਦੱਸ ਰਿਹਾ, ਪਹਿਲੀ ਗੱਲ ਆ ਆਨੰਦ ਮੈਰਿਜ ਐਕਟ ਇਜ਼ ਨੋ ਐਕਟ ਐਟ ਆਲ। ਉੱਤੇ ਇੱਕ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਆ ਜਿਹੜਾ ਬਾਅਦ 'ਚ ਵੀ ਰਹਿਣ ਵਾਲਾ, ਜਿਹਨੂੰ ਕੋਈ ਬਦਲ ਹੀ ਨਹੀਂ ਸਕਦਾ। ਉਹਦਾ ਪਰਪਸ ਇਹ ਆ ਕਿ ਤੁਸੀਂ ਸ਼ਾਦੀ ਕਰਾਉਣ ਤੋਂ ਬਾਅਦ ਆਨੰਦ ਮੈਰਿਜ ਜਿਹੜੇ ਤੁਸੀਂ ਆਨੰਦ ਕਾਰਜ ਕਰਾਏ ਆ, ਤੁਹਾਡੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ 'ਚ ਅੰਦਰ ਹੋਊਗੀ। ਸਰਟੀਫਿਕੇਟ ਉੱਤੇ ਲਿਖਿਆ ਹੋਊਗਾ ਇਹਦਾ ਸ਼ਾਦੀ ਜਿਹੜੀ ਆ ਆਨੰਦ ਕਾਰਜ ਨਾਲ ਹੋਈ ਆ, ਉਹ ਸਰਟੀਫਿਕੇਟ ਤੁਸੀਂ ਰਹਿਣ ਵਾਲਾ। ਤੁਸੀਂ ਨਹੀਂ ਚਾਹੁੰਦੇ ਆਨੰਦ ਮੈਰਿਜ ਐਕਟ ਜਿਹੜਾ ਲਾਗੂ ਹੋਵੇ? ਤੁਸੀਂ ਨਹੀਂ ਚਾਹੁੰਦੇ? ਅਰੇ ਭਾਈ ਮੈਂ ਤਾਂ ਕਹਿ ਰਿਹਾ ਲਾਗੂ ਆ ਤੇ ਲਾਗੂ ਰਹਿਣਾ, ਤੁਸੀਂ ਨਹੀਂ ਕਰਦੇ ਪਏ। ਤੁਹਾਡੀ ਆਪਣੀ ਤੁਸੀਂ ਹੁਣ ਆਪ ਹੀ ਕਿਹਾ, ਤੁਸੀਂ ਹੁਣ ਆਪ ਹੀ ਕਿਹਾ ਕਿ ਨੈਸ਼ਨਲ ਸਿਵਲ ਕੋਡ ਦੇ ਅੰਡਰ ਹੋ ਜਾਏਗੀ, ਨਹੀਂ ਫਰਕ ਪੈਣ ਵਾਲਾ। ਮੈਂ ਇਹੀ ਤਾਂ ਦੱਸ ਰਿਹਾ। ਸਿਰਸਾ ਸਾਹਿਬ ਇੱਥੇ ਸਵਾਲ ਸਿੱਧਾ ਜੇ ਵੀ ਬਣਦਾ ਹੈ, ਗਰੇਵਾਲ ਸਾਹਿਬ ਸਿਰਸਾ ਸਾਹਿਬ
ਸਿਰਸਾ ਸਾਹਿਬ, ਤੁਸੀਂ ਸਿੱਧੇ ਤੌਰ ਤੇ ਅੱਜ ਦੀ ਡੇਟ ਦੇ ਵਿੱਚ ਜੋ ਚਰਚਾ ਹੋ ਰਹੀ, ਜੋ ਜ਼ਿਕਰ ਯੂਨੀਫਾਰਮ ਸਿਵਲ ਕੋਡ ਦਾ ਹੋ ਰਿਹਾ, ਤੁਸੀਂ ਸਮਰਥਨ ਕਰਦੇ ਹੋ ਜਾਂ ਜੋ ਤੌਖਲੇ ਜੋ ਖਦਸ਼ੇ ਸ਼੍ਰੋਮਣੀ ਕਮੇਟੀ ਦੇ ਨੇ? ਕੱਲ ਨੂੰ ਇੱਕ ਮਿੰਟ ਸਵਾਲ ਸੁਣ ਲਿਓ, ਜੇ ਜੋ ਸ਼੍ਰੋਮਣੀ ਕਮੇਟੀ ਨੂੰ ਖਦਸ਼ੇ ਜਤਾਏ ਜਾ ਰਹੇ ਨੇ, ਕੱਲ ਨੂੰ ਡਿਟੇਲ ਡਰਾਫਟ ਸਾਹਮਣੇ ਆਉਂਦਾ ਤਾਂ ਫਿਰ ਤੁਸੀਂ ਸ਼੍ਰੋਮਣੀ ਕਮੇਟੀ ਦਾ ਸਾਥ ਦਿਓਗੇ ਇਸ ਮੁੱਦੇ ਤੇ? ਅਸੀਂ ਵਿਰੋਧ ਕਰਾਂਗੇ, ਸਾਥ ਕੀ ਦਿਆਂਗੇ ਬਾਈ? ਡਟ ਕੇ ਵਿਰੋਧ ਕਰਾਂਗੇ, ਸੜਕ ਤੇ ਬਹਿ ਕੇ ਵਿਰੋਧ ਕਰਾਂਗੇ, ਪਰ ਕੋਈ ਵਿਰੋਧ ਵਾਲੀ ਗੱਲ ਤਾਂ ਸਾਨੂੰ ਹੁਣ ਸਮਝਾ ਦੇਣਾ ਕਿ ਅੱਜ ਕਰਨ ਨੂੰ। ਹਾਂਜੀ ਗਰੇਵਾਲ ਸਾਹਿਬ, ਸਿਰਸਾ ਸਾਹਿਬ ਸਾਫ਼ ਕਹਿ ਰਹੇ ਨੇ ਕਿ ਜੋ ਤੁਸੀਂ ਖਰਚੇ ਜਤਾ ਰਹੇ ਹੋ, ਅਜਿਹਾ ਕੁਝ ਨਜ਼ਰ ਆਉਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਡਟ ਕੇ ਵਿਰੋਧ ਕਰਨਗੇ ਇਸ ਦਾ। ਗਰੇਵਾਲ ਸਾਹਿਬ, ਬਹੁਤ ਵਧੀਆ ਗੱਲ ਹੈ, ਸਾਨੂੰ ਦੱਸਣ ਤੁਸੀਂ। ਅਸੀਂ ਇਹਨਾਂ ਦਾ ਸਵਾਗਤ ਕਰਾਂਗੇ, ਇਹਨਾਂ ਨੂੰ ਅੱਗੇ ਲਾ ਕੇ ਲੈ ਕੇ ਚੱਲਾਂਗੇ। ਆਉਣ ਵਾਲੇ ਦਿਨਾਂ ਵਿੱਚ ਇਹ ਫੈਸਲਾ ਹੋਣ ਵਾਲਾ ਹੈ। ਸਰਸਾ ਜੀ ਸਾਡੇ ਨਾਲ ਠੀਕ ਹੈ ਸਿਰਸਾ ਸਾਹਿਬ, ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਗੁਰਚਰਨ ਸਿੰਘ ਗਰੇਵਾਲ ਜੁੜੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਦਰਅਸਲ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕੀਤਾ ਜਾ ਰਿਹਾ, ਪਰ ਦੂਜੇ ਪਾਸੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਕਿ ਜਦੋਂ ਕੋਈ ਡਿਟੇਲ ਨਹੀਂ ਸਾਹਮਣੇ ਆਈ, ਕੋਈ ਖਰੜਾ ਸਾਹਮਣੇ ਨਹੀਂ ਆਇਆ, ਕਿਸੇ ਮੰਤਰੀ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ, ਤੇ ਫਿਰ ਕਿਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ, ਕਿਸ ਦੇ ਆਧਾਰ ਤੇ ਅਜਿਹੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਜਾ ਰਹੇ ਨੇ?